दर्शन पाए जियो। धन वाहिगुरु साहिब जीओ। गौड़ी कबीर जी। ओए जो दिसै अंबर तारे, किन ओए चीते चीतनहारे। कहो रे पंडित अंबर कास्यों लागा, बूझै बूझनहार सुभागा। कहो रे पंडित अंबर कास्यों लागा, बूझै बूझनहार सुभागा। रहाओ सूरज चंद करह उजियारा, सब मैं पसरिया ब्रह्म पसारा। कहो कबीर जानेगा सोए, हृदय राम मुख राम होए। कहो कबीर जानेगा सोए, हृदय राम मुख राम होए। परम सन्मान जोग जुगो जुग अटल चबर तख्त दे मालक साहिब सतगुरु धन धन गुरु ग्रंथ साहब जी महाराज, तिन्हां दी हजूरी अंदर जुड़मिल बैठे अत सत्कारयोग सन्मानयोग सतसंगी जनों, बहुत ही बड़भागे हाँ जो कि रोजाना ही लड़ीवार कथा विचार दे नाल जुड़दे हाँ। लड़ीवार चल रही कथा विचार गौड़ी कबीर जी गुरु ग्रंथ साहब दा पावन पवित्र अंक 329। आओ गुरमुखो विचारां दी आरंभता करन तो पहला सारी संगत गज के आखो वाहिगुरु जी का खालसा वाहिगुरु जी की फतेह। सतगुरु भगत कबीर जी इस पावन पवित्र शब्द अंदर वो सारे जगत नूं पैदा करन वाला परमात्मा, सारिਆਂ ਨੂੰ आसरा देने वाला वो मालक वाहिगुरु, उस दी अपनी जोत का प्रकाश हर थां खिलरिया होया है। कबीर जी इस पावन पवित्र शब्द अंदर ये गल कह रहे ने, ये गल उस मनुख नूं समझ पैंदी है जो मनुख उस मालक की बंदगी अंदर जुड़दा है। रहाओ वाला बंद है जी शब्द दा। कहो रे पंडित अंबर कास्यों लागा, बूझै बूझनहार सुभागा। कबीर जी रहाओ वाले बंद अंदर ये गल कह रहे ने जी, समझा रहे ने कबीर जी। हे पंडित दस, आकाश किस दे सहारे है? कोई भागां वाला सियाणा बंदा इस रमज नूं समझदा है। एडा बड़ा आकाश, ये धरती, ये संसार किहदे सहारे खड़ी है? वैसे तो वख-वख मतां ने वख-वख विचार दिती है जी। गुरु ग्रंथ साहब की बाणी अंदर एक वचन हुंदा है, महाराज कहंदे धौल धर्म दया का पूत, संतोख थाप रखिया जिन सूत। इत्थे महाराज ने आकाश की गल कीती है ना। आकाश किहदे सहारे खड़े है? सवाल पैदा किया। पातशाह जी ने यह भी सवाल पैदा किया भी धरती किहदे सहारे खड़ी है? संसार दे अंदर एक मिथ प्रचलित सी, अज भी भावें वो मिथ प्रचलित है भी धरती दे थल्ले एक बलद खड़े है। वो बलद जदों सिंग अपना बदलदा है, चेंज करदा है, तो धरती हिलजुल करदी है। गुरु नानक महाराज ने इस तरह दीयां विचारां लोकां दे कोलों मिथां दे विचों वेखियां सुनियां। महाराज कहंदे भले हो लोको, धरती किसी बौलद दे आसरे नहीं खड़ी,
ਧਰਤੀ ਕਿਸੇ ਬਲਦ ਆਸਰੇ ਥੋੜੀ ਖੜੀ ਹੈ। ਮਹਾਰਾਜ ਕਹਿੰਦੇ ਧੌਲ ਧਰਮ ਦਇਆ ਕਾ ਪੂਤ, ਦਇਆ ਦਾ ਪੁੱਤਰ, ਸੰਤੋਖ ਥਾਪ ਰੱਖਿਆ ਜਿਨ ਸੂਤ। ਮਹਾਰਾਜ ਕਹਿੰਦੇ ਧਰਤੀ ਤਾਂ ਉਸ ਨਿਯਮ ਦੇ ਤਹਿਤ, ਉਸ ਸੰਤੋਖ ਦੇ ਵਿੱਚ ਉਹ ਮਾਲਕ ਨੇ ਆਪ ਹੀ ਟਿਕਾਈ ਹੋਈ ਹੈ। ਕੋਈ ਬਲਦ ਨਹੀਂ ਖੜਿਆ ਧਰਤੀ ਥੱਲੇ। ਮਹਾਰਾਜ ਕਹਿੰਦੇ ਤਿਸ ਤੇ ਹੋਰ ਪਰੈ ਹੋਰ ਹੋਰ। ਮਹਾਰਾਜ ਕਹਿੰਦੇ ਫਿਰ ਉਹ ਤੋਂ ਥੱਲੇ ਕੀ ਹੈ? ਬਾਬੇ ਨਾਨਕ ਨੇ ਸਵਾਲ ਪੈਦਾ ਕੀਤੇ ਜੀ, ਤੁਸੀਂ ਕਹਿੰਦੇ ਹੋ ਵੀ ਥੱਲੇ ਬਲਦ ਹੈ, ਫਿਰ ਬਲਦ ਦੇ ਥੱਲੇ ਕੀ ਹੈ? ਬਲਦ ਕਿਹਦੇ ਆਸਰੇ ਖੜਿਆ? ਲੋਕਾਂ ਅੰਦਰ ਇਹ ਮਿੱਥਾਂ ਅੱਜ ਵੀ ਪ੍ਰਚਲਿਤ ਨੇ, ਪਰ ਮਹਾਰਾਜ ਗੁਰਬਾਣੀ ਇਸ ਮਿੱਥ ਨੂੰ ਨਹੀਂ ਮੰਨਦੀ। ਮਹਾਰਾਜ ਤਾਂ ਕਹਿੰਦੇ ਨੇ ਹੁਕਮ ਦੇ ਵਿੱਚ, ਰਜਾ ਦੇ ਵਿੱਚ, ਉਸ ਮਾਲਕ ਦੇ ਬਣਾਏ ਕਾਨੂੰਨ ਦੇ ਮੁਤਾਬਕ ਇਹ ਸਭ ਸਿਸਟਮ ਚੱਲ ਰਿਹਾ। ਇੱਥੇ ਕੋਈ ਗੈਵੀ ਸ਼ਕਤੀ ਜਾਂ ਕਿਸੇ ਦਾ ਤੰਤਰ ਮੰਤਰ ਨਹੀਂ ਕੰਮ ਕਰਦਾ। ਇਹ ਤਾਂ ਸਭ ਬਣਾਈਆਂ ਮਿੱਥਾਂ ਨੇ। ਆਪਣੇ ਪੇਟ ਦੀ ਪੂਰਤੀ ਕਰਨ ਵਾਸਤੇ ਬੰਦੇ ਨੇ ਇੱਕ ਢਗਵੰਜ ਬਣਾਇਆ ਹੋਇਆ। ਪਾਤਸ਼ਾਹ ਜੀ ਜਿਹੜੀ ਇੱਥੇ ਆਪਾਂ ਨੂੰ ਵਿਚਾਰ ਦੇ ਰਹੇ ਨੇ ਇਸ ਪਾਵਨ ਪਵਿੱਤਰ ਬਚਨ ਅੰਦਰ, ਮਹਾਰਾਜ ਕਹਿੰਦੇ ਕਹੋ ਰੇ ਪੰਡਿਤ ਅੰਬਰ ਕਾਸਿਓਂ ਲਾਗਾ, ਅੰਬਰ ਆਸਮਾਨ ਕਿਹਦੇ ਸਹਾਰੇ ਖੜਿਆ? ਮਹਾਰਾਜ ਕਹਿੰਦੇ ਬੂਝੈ ਬੂਝਨਹਾਰ ਸੁਭਾਗਾ। ਕਬੀਰ ਜੀ ਕਹਿੰਦੇ ਅੰਬਰ ਵਾਲੀ ਬਾਤ ਬੁੱਝਦਾ ਕੌਣ ਹੈ, ਸਮਝਦਾ ਕੌਣ ਹੈ? ਜਿਹਦੇ ਭਾਗ ਵੱਡੇ ਬਣ ਜਾਣ, ਜਿਹਨੂੰ ਸੂਝ ਪੈ ਜਾਵੇ, ਸਮਝ ਪੈ ਜਾਵੇ, ਜਿਹੜਾ ਅੰਤਰ ਆਤਮੇ ਬੈਠੇ ਪਰਮਾਤਮਾ ਨੂੰ ਜਾਣ ਲੈਂਦਾ ਹੈ, ਪਛਾਣ ਲੈਂਦਾ ਹੈ। ਸਤਿਗੁਰੂ ਕਬੀਰ ਜੀ ਕਹਿੰਦੇ ਉਹ ਸਮਝ ਲੈਂਦਾ ਹੈ। ਅੱਗੇ ਮਹਾਰਾਜ ਨੇ ਸਵਾਲ ਕੀਤਾ ਜੀ ਪਹਿਲੇ ਬੰਦਰ। ਮਹਾਰਾਜ ਕਹਿੰਦੇ ਓਏ ਜੋ ਦਿਸੈ ਅੰਬਰ ਤਾਰੇ। ਅਸਮਾਨ ਦੇ ਵਿੱਚ, ਅੰਬਰ ਦੇ ਵਿੱਚ ਮਹਾਰਾਜ ਕਹਿੰਦੇ ਜਿਹੜੇ ਤਾਰੇ ਦਿਸਦੇ ਨੇ, ਤਾਰਿਆਂ ਨੂੰ ਬਣਾਉਣ ਵਾਲਾ ਕੌਣ ਹੈ? ਤਾਰਿਆਂ ਦੀ ਗਿਣਤੀ ਬੇਅੰਤ ਹੈ। ਹੁਣ ਤਾਰਿਆਂ ਨੂੰ ਗਿਣ ਥੋੜੀ ਸਕਦਾ ਵੀ ਤਾਰਿਆਂ ਦੀ ਗਿਣਤੀ ਇੰਨੀ ਹੈ। ਰੱਬ ਦੀ ਬਣਾਈ ਕੁਦਰਤ ਦਾ, ਰੱਬ ਦਾ ਬਣਾਇਆ ਸਿਸਟਮ ਦਾ ਕੋਈ ਅੰਤ ਥੋੜੀ ਪਾ ਸਕਦਾ ਹੈ। ਕਬੀਰ ਜੀ ਨੇ ਸਵਾਲ ਇਹ ਕੀਤਾ, ਪਹਿਲਾਂ ਰਹਾਉ ਵਾਲੇ ਬੰਦ ਅੰਦਰ ਇਹ ਗੱਲ ਕੀਤੀ ਵੀ ਅੰਬਰ ਹੈ ਜਿਹੜੀ ਧਰਤੀ ਕਿਹਦੇ ਆਸਰੇ ਖੜੀ? ਆਪਾਂ ਅਸਮਾਨ ਦੀ ਗੱਲ ਕਰਦੇ ਸੀ। ਫਿਰ ਆਪਾਂ ਅੱਗੇ ਇੱਕ ਪੱਖ ਵਿਚਾਰਿਆ ਵੀ ਧਰਤੀ ਦੀ ਗੱਲ ਕੀਤੀ। ਮਹਾਰਾਜ ਕਹਿੰਦੇ ਧਰਤੀ ਕਿਹਦੇ ਆਸਰੇ ਖੜੀ ਹੈ? ਉਹ ਸੰਤੋਖ ਰੂਪੀ, ਦਇਆ ਰੂਪੀ ਬਲਦ, ਰੱਬ ਦਾ ਨਿਯਮ, ਪ੍ਰਮਾਤਮਾ ਦਾ ਨਿਯਮ। ਹੁਣ ਇੱਥੇ ਕਬੀਰ ਜੀ ਕਹਿੰਦੇ ਆਸਮਾਨ ਦੇ ਵਿੱਚ, ਅੰਬਰਾਂ ਦੇ ਵਿੱਚ ਤਾਰੇ ਕਿਹਨੇ ਬਣਾਏ ਨੇ? ਓਏ ਜੋ ਦਿਸੈ, ਜਿਹੜੇ ਤੈਨੂੰ ਦਿਸ ਰਹੇ ਨੇ ਅੰਬਰ ਤਾਰੇ, ਅੰਬਰ ਦੇ ਵਿੱਚ ਤਾਰੇ ਕਿਹਨੂੰ ਚੀਤੇ ਚੀਤਨਹਾਰੇ। ਮਹਾਰਾਜ ਕਹਿੰਦੇ ਕਿਹਨੇ ਬਣਾਏ ਨੇ ਉਹ ਤਾਰੇ? ਹੁਣ ਕੋਈ ਇਹ ਦੱਸ ਸਕਦਾ ਜੀ? ਨਾ ਕੋਈ ਤੰਤਰ ਕੰਮ ਕਰ ਸਕਦਾ ਇੱਥੇ, ਨਾ ਕੋਈ ਮੰਤਰ ਕੰਮ ਕਰ ਸਕਦਾ। ਕਬੀਰ ਜੀ ਦੇ ਸ਼ਬਦਾਂ ਸਾਹਮਣੇ, ਕਬੀਰ ਜੀ ਦੀ ਵਿਚਾਰ ਸਾਹਮਣੇ ਸਭ ਕੁਝ ਫਿੱਕਾ ਪੈ ਜਾਂਦਾ ਹੈ, ਛੋਟਾ ਪੈ ਜਾਂਦਾ ਹੈ। ਕਬੀਰ ਜੀ ਇੱਥੇ ਪਹਿਲਾ ਬੰਦ ਜਿਹੜਾ ਆਪਾਂ ਵਿਚਾਰ ਰਹੇ ਸੀ, ਉਹ ਤਾਰੇ ਜੋ ਆਕਾਸ਼ ਵਿੱਚ ਦਿਸ ਰਹੇ ਹਨ ਉਹ ਚਿੱਤਰਕਾਰ ਨੇ ਚਿੱਤਰੇ ਹਨ। ਕਿਹੜੇ ਚਿੱਤਰਕਾਰ ਨੇ, ਕਿਸ ਚਿੱਤਰਕਾਰ ਨੇ ਉਹ ਤਾਰੇ ਬਣਾਏ ਨੇ? ਹੁਣ ਇੱਥੇ ਇਹਦਾ ਉੱਤਰ ਕੀ ਹੋਵੇਗਾ ਜੀ? ਇਹਦਾ ਉੱਤਰ ਇਹੀ ਹੋਵੇਗਾ ਵੀ ਤਾਰਿਆਂ ਨੂੰ ਬਣਾਉਣ ਵਾਲਾ ਵੀ ਰੱਬ ਹੀ ਹੈ। ਉਹ ਕੁਦਰਤ ਦਾ ਨਿਯਮ ਹੈ ਜਿਹੜਾ ਚੱਲ ਰਿਹਾ, ਬਰਕਰਾਰ ਬਰਾਬਰ ਚੱਲ ਰਿਹਾ। ਸਤਿਗੁਰੂ ਕਬੀਰ ਜੀ ਨੇ ਇੱਕ ਅੱਗੇ ਹੋਰ ਸਵਾਲ ਕਰ ਦਿੱਤਾ। ਫਿਰ ਇੱਥੇ ਕਬੀਰ ਜੀ ਤਾਰਿਆਂ ਦੀ ਗੱਲ ਕਰਦੇ ਨੇ, ਅਗਲੇ ਬੰਦੇ ਅੰਦਰ ਕਬੀਰ ਜੀ ਕਹਿੰਦੇ ਬੂਝੈ। ਕਬੀਰ ਜੀ ਕਹਿੰਦੇ ਸੂਰਜ ਚੰਦ ਕਰੇ ਉਜਿਆਰਾ। ਰੱਬ ਦਾ ਕਿੱਡਾ ਵੱਡਾ ਪਸਾਰਾ ਹੈ। ਸੂਰਜ ਨੂੰ ਬਣਾਉਣ ਵਾਲਾ ਵੀ ਉਹੀ ਹੈ, ਚੰਦਰਮਾ ਨੂੰ ਬਣਾਉਣ ਵਾਲਾ ਵੀ ਉਹੀ ਹੈ। ਸੂਰਜ ਦੀ ਤਪਸ਼, ਚੰਦਰਮਾ ਦੀ ਠੰਡਕ। ਸੂਰਜ ਕਿੰਨਾ ਤਪਦਾ ਜੀ, ਤੁਸੀਂ ਵੇਖੋਗੇ ਨਾ ਇੱਥੇ ਕਿੰਨੀਆਂ ਕਹਾਣੀਆਂ ਸੂਰਜ ਨਾਲ ਜੋੜ ਦਿੱਤੀਆਂ ਗਈਆਂ। ਵੈਸੇ ਕੁਦਰਤ ਦਾ ਨਿਯਮ ਹੈ ਵੀ ਜਦੋਂ ਧੁੱਪ ਚੜ੍ਹਦੀ ਹੈ ਸਾਰਿਆਂ ਨੂੰ ਮਿਲਦੀ ਹੈ ਨਾ ਧੁੱਪ। ਇਹ ਜ਼ਰੂਰੀ ਹੈ, ਅਸੀਂ ਸੰਸਾਰ ਅੰਦਰ ਰਹਿੰਦੇ ਹਾਂ ਕਿਉਂਕਿ ਧੁੱਪ ਹਰ ਇੱਕ ਦੇ ਲਈ ਬਹੁਤ ਜ਼ਰੂਰੀ ਹੈ। ਭਾਵੇਂ ਖੇਤੀਬਾੜੀ ਦੀ ਗੱਲ ਕਰ ਲਓ, ਭਾਵੇਂ ਹੋਰ ਪਦਾਰਥਾਂ ਦੀ ਗੱਲ ਕਰ ਲਓ। ਹੁਣ ਇੱਥੇ ਕਹਾਣੀਆਂ ਕਿੰਨੀਆਂ ਬਣਾ ਦਿੱਤੀਆਂ ਗਈਆਂ ਵੀ ਸੂਰਜ ਨੂੰ ਖਰਾ ਤੇ ਚੜ੍ਹ ਲਿਆ ਸੀ। ਏਡਾ ਵੱਡਾ ਸੂਰਜ, ਇੰਨੀ ਜਿਹਦੇ ਵਿੱਚ ਤਪਸ਼ ਹੈ, ਇੰਨੀ ਸਾਨੂੰ ਗਰਮੀ ਦੇ ਰਿਹਾ ਹੈ। ਜਦੋਂ ਸੂਰਜ ਨੂੰ ਖਰਾ ਤੇ ਚੜ੍ਹਿਆ ਹੋਵੇਗਾ ਕਿ ਉਦੋਂ ਕੁਛ
खरात ते चाढ़न वाला सी जिहड़ा ਉਹਦਾ ਕੋਈ सड़िया नहीं होना। ਇਹ ਕਹਾਣੀਆਂ ਕੱਚੀਆਂ ਪੀਲੇ ਸਾਖੀਆਂ ਸਾਡੇ ਲੋਕ ਪਤਾ ਨਹੀਂ ਕਿਵੇਂ ਕਬੂਲ ਕਰ ਲੈਂਦੇ ਨੇ ਵੀ ਠੀਕ ਹੋ ਸਕਦਾ ਜੀ। ਇਸ ਤਰ੍ਹਾਂ ਕਦੇ ਵੀ ਨਹੀਂ ਹੋ ਸਕਦਾ। ਕਬੀਰ ਜੀ ਨੇ ਇੱਕ ਤਰਕ ਦੇ ਤੀਰ ਨਾਲ ਬਹੁਤ ਪਿਆਰੀ ਗੱਲ ਕੀਤੀ। ਕਬੀਰ ਜੀ ਕਹਿ ਰਹੇ ਨੇ ਸੂਰਜ ਚੰਦ ਕਰੇ ਉਜਿਆਰਾ ਭਾਈ, ਸੂਰਜ ਤੇ ਚੰਦ ਚਾਨਣ ਕਰਦੇ ਨੇ, ਪ੍ਰਕਾਸ਼ ਦਿੰਦੇ ਨੇ। ਸਭ ਮੈਂ ਪਸਰਿਆ ਬ੍ਰਹਮ ਪਸਾਰਾ। ਜਿਵੇਂ ਸੂਰਜ ਦਾ ਚਾਨਣ ਸਭ ਨੂੰ ਮਿਲਦਾ ਹੈ, ਚੰਦਰਮਾ ਦੀ ਰੌਸ਼ਨੀ ਸਭ ਨੂੰ ਮਿਲਦੀ ਹੈ, ਇਸੇ ਤਰ੍ਹਾਂ ਜਿਹੜਾ ਬ੍ਰਹਮ ਦਾ ਪਸਾਰਾ ਨਾ, ਰੱਬ ਦਾ ਪਸਾਰਾ, ਰੱਬ ਦਾ ਪਸਾਰਾ, ਵਾਹਿਗੁਰੂ ਦਾ ਪਸਾਰਾ ਸਾਰੇ ਕਿਤੇ ਪਸਰਿਆ ਹੋਇਆ, ਸਾਰੇ ਕਿਤੇ। ਉਹਦਾ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੈ। ਉਹਦਾ ਕਿਸੇ ਝੁੱਗੀਆਂ ਵਿੱਚ ਰਹਿਣ ਵਾਲੇ, ਝੌਪੜੀਆਂ ਵਿੱਚ ਰਹਿਣ ਵਾਲੇ ਨਾਲ ਕੋਈ ਵਿਤਕਰਾ ਨਹੀਂ ਕਰਦਾ। ਉਹ ਮਹਿਲਾਂ ਵਿੱਚ ਰਹਿਣ ਵਾਲਿਆਂ ਨਾਲ ਵਿਤਕਰਾ ਨਹੀਂ ਕਰਦਾ। ਠੀਕ ਹੈ, ਬੰਦਾ ਕਿਸੇ ਨਾਲ ਵਿਤਕਰਾ ਕਰ ਸਕਦਾ ਹੈ। ਸਭ ਮੈਂ ਪਸਰਿਆ ਬ੍ਰਹਮ ਪਸਾਰਾ, ਸਾਰਿਆਂ ਦੇ ਵਿੱਚ ਉਸ ਬ੍ਰਹਮ ਦਾ, ਉਸ ਮਾਲਕ ਦਾ ਪਸਾਰਾ ਪਸਰਿਆ ਹੋਇਆ। ਕਹੋ ਕਬੀਰ, ਅਖੀਰ ਦੇ ਵਿੱਚ ਕਹਿ ਰਹੇ ਨੇ ਜੀ ਕਬੀਰ ਜੀ, ਕਹੋ ਕਬੀਰ ਜਾਣੇਗਾ ਸੋਏ, ਹਿਰਦੈ ਰਾਮ ਮੁਖ ਰਾਮੈ ਹੋਏ। ਕਬੀਰ ਜੀ ਕਹਿੰਦੇ ਅਖੀਰ ਦੇ ਵਿੱਚ ਨਿਚੋੜ ਜਿਹੜਾ ਦੇ ਰਹੇ ਨੇ, ਹੇ ਕਬੀਰ ਬੇਸ਼ੱਕ ਆਖ ਇਸ ਭੇਤ ਨੂੰ ਉਹੀ ਮਨੁੱਖ ਸਮਝੇਗਾ ਜਿਸ ਦੇ ਹਿਰਦੇ ਵਿੱਚ ਪ੍ਰਭੂ ਵਸ ਰਿਹਾ ਹੈ ਤੇ ਮੂੰਹ ਵਿੱਚ ਵੀ ਕੇਵਲ ਪ੍ਰਭੂ ਹੈ, ਭਾਵ ਮੂੰਹ ਵੀ ਪ੍ਰਭੂ ਦੇ ਗੁਣ ਉਚਾਰ ਰਿਹਾ ਹੈ। ਸਤਿਗੁਰ ਕਬੀਰ ਜੀ ਇੱਥੇ ਜਿਹੜੀ ਆਪਾਂ ਨੂੰ ਵਿਚਾਰ ਦੇ ਰਹੇ ਨੇ, ਬਾਬਾ ਕਬੀਰ ਜੀ ਕਹਿ ਰਹੇ ਨੇ ਉਸ ਪ੍ਰਮਾਤਮਾ ਦੇ ਬਣਾਏ ਨਿਯਮ ਨੂੰ, ਪ੍ਰਮਾਤਮਾ ਦੇ ਬਣਾਏ ਸਿਸਟਮ ਨੂੰ, ਪ੍ਰਮਾਤਮਾ ਦੇ ਬਣਾਏ ਪਸਾਰੇ ਨੂੰ ਸਮਝਦਾ ਕੌਣ ਹੈ? ਮਹਾਰਾਜ ਕਹਿੰਦੇ ਜਿਹਦੇ ਅੰਦਰ ਵੀ ਰਾਮ ਵਸ ਗਿਆ, ਬਾਹਰ ਵੀ ਰਾਮ ਵਸ ਗਿਆ। ਅੰਦਰ ਵੀ ਪ੍ਰਮਾਤਮਾ ਨੂੰ ਪਛਾਣ ਲਿਆ, ਬਾਹਰੋਂ ਵੀ ਪਛਾਣ ਲਿਆ। ਜਿਹਦਾ ਮਨ ਉਸ ਇੱਕ ਰੱਬ ਨਾਲ, ਵਾਹਿਗੁਰੂ ਨਾਲ ਜੁੜ ਜਾਂਦਾ, ਉਹੀ ਇਸ ਜਿਹੜਾ ਰੱਬ ਦਾ ਵਰਤਾਰਾ ਵਰਤ ਰਿਹਾ, ਇਸ ਵਰਤਾਰੇ ਨੂੰ ਸਮਝਦਾ, ਜਾਣਦਾ, ਪੜਚੋਲਦਾ। ਸ਼ਬਦ ਦਾ ਜਿਹੜਾ ਭਾਵ ਹੈ ਜੀ, ਸ਼ਬਦ ਦਾ ਭਾਵ ਇਹ ਗੱਲ ਕਹਿੰਦਾ ਹੈ, ਸੰਸਾਰ ਆ ਨਾ ਜਿਹੜਾ ਜਗਤ ਹੈ, ਜਗਤ ਨੂੰ ਪੈਦਾ ਕਰਨ ਵਾਲੇ, ਜਗਤ ਨੂੰ ਪੈਦਾ ਕਰਨ ਵਾਲਾ ਪ੍ਰਮਾਤਮਾ ਅਤੇ ਜਗਤ ਨੂੰ ਆਸਰਾ ਦੇਣ ਵਾਲਾ ਵੀ ਉਹ ਆਪ ਹੀ ਹੈ, ਪੈਦਾ ਕਰਨ ਵਾਲਾ ਵੀ ਆਪ ਹੀ, ਆਸਰਾ ਦੇਣ ਵਾਲਾ ਵੀ ਆਪ ਹੀ ਹੈ। ਉਸ ਦੀ ਆਪਣੀ ਜੋਤ ਹਰ ਥਾਂ ਤੇ ਪ੍ਰਕਾਸ਼ ਹੈ। ਪਰ ਇਸ ਗੱਲ ਦੀ ਸਮਝ ਸਿਰਫ ਉਸ ਮਨੁੱਖ ਨੂੰ ਪੈਂਦੀ ਹੈ ਜੋ ਪ੍ਰਭੂ ਦੀ ਬੰਦਗੀ ਕਰਦਾ ਹੈ। ਹੁਣ ਇੱਥੋਂ ਧਿਆਨ ਨਾਲ ਸਮਝਿਓ, ਰੱਬ ਦੀ ਜੋਤ ਜਗ ਰਹੀ ਹੈ ਜੀ, ਇਹ ਗੱਲ ਨੂੰ ਧਿਆਨ ਨਾਲ ਸਮਝੋ। ਕਬੀਰ ਜੀ ਕਹਿੰਦੇ ਰੱਬ ਦੀ ਜੋਤ ਸਭ ਥਾਂ ਤੇ ਪ੍ਰਕਾਸ਼ ਹੈ। ਹੁਣ ਇਹਨੂੰ ਧਿਆਨ ਨਾਲ ਜਦੋਂ ਸਮਝਾਂਗੇ, ਵਿਚਾਰਾਂਗੇ, ਗੱਲ ਖਾਨੇ ਪਵੇਗੀ ਨਾ ਵੀ ਮਹਾਰਾਜ ਕਿਹੜੀ ਜੋਤ ਦੀ ਗੱਲ ਕਰਦੇ ਨੇ। ਇਨਸਾਨੀਅਤ ਵਾਲੀ ਜੋਤ, ਬੰਦੇ ਵਾਲੀ ਜੋਤ, ਮਨੁੱਖ ਦੀਆਂ ਕਦਰਾਂ ਕੀਮਤਾਂ, ਮਨੁੱਖ ਦਾ ਸੁਭਾਅ, ਮਨੁੱਖ ਦੀ ਵਿਚਾਰ ਕਿਹੋ ਜਿਹੀ ਹੈ, ਕਿਸ ਤਰ੍ਹਾਂ ਦੀ ਹੈ। ਰੱਬ ਜੀ ਜੋਤ ਤਾਂ ਜਗ ਰਹੀ ਹੈ ਨਾ, ਸਾਨੂੰ ਜੋਤਾਂ ਬਾਲਣ ਦੀ ਥੋੜ੍ਹੀ ਲੋੜ ਆ ਵੀ ਜੋਤਾਂ ਅਸੀਂ ਜਗਾਈਏ ਫਿਰ ਸਾਡੇ ਤੇ ਰੱਬ ਤਰੁੱਠੇਗਾ, ਖੁਸ਼ ਹੋਵੇਗਾ, ਫਿਰ ਸਾਨੂੰ ਵਾਹ ਵਾਹ ਕਹੇਗਾ ਵੀ ਹਾਂ ਇਹਨੇ ਵੱਧ ਜੋਤ ਜਗਾ ਦਿੱਤੀ। ਸਾਡੀ ਫਿਤਰਤ ਇਹ ਹੈ ਜੀ, ਅਸੀਂ ਅੰਦਰ ਦੀ ਜੋਤ ਨਹੀਂ ਕਦੇ ਜਗਾਈ। ਬਾਹਰੀ ਤੌਰ ਤੇ ਪਤਾ ਨਹੀਂ ਕਿੰਨੇ ਕੁ ਜੋਤਾਂ ਜਗਾਉਂਦੇ ਆ, ਕਿੰਨਾ ਕਿਉਂ ਫੂਕਦੇ ਆ। ਅਸਲੀਅਤ ਤਾਂ ਸੱਚਾਈ ਹੈ, ਪਰ ਅੰਦਰ ਵਾਲੀ ਜੋਤ ਬੁੱਝ ਚੁੱਕੀ ਹੈ, ਜਿਹਦੇ ਬਾਰੇ ਮਹਾਰਾਜ ਕਹਿੰਦੇ ਦੀਵਾ ਬਲੈ ਅੰਧੇਰਾ ਜਾਏ। ਜੇ ਅੰਦਰ ਦਾ ਗਿਆਨ ਦਾ ਦੀਵਾ ਕਦੇ ਜਗਾਇਆ ਹੁੰਦਾ ਨਾ, ਹਨੇਰਾ ਦੂਰ ਹੋ ਜਾਣਾ ਸੀ। ਫਿਰ ਅਸੀਂ ਖੰਡੇ ਬਾਟੇ ਦੀ ਪੌਲ ਲੈ ਕੇ ਕਿਸੇ ਦੇਹਧਾਰੀ ਦੇ ਚੌਂਕੀ ਨਹੀਂ ਭਰਨੀ ਸੀ। ਖੰਡੇ ਬਾਟੇ ਦੀ ਪੌਲ ਲੈ ਕੇ ਅਸੀਂ ਕਿਤੇ ਹੋਰ ਨਹੀਂ ਸਜਦਾ ਕਰਨਾ ਸੀ, ਸਿਰ ਝੁਕਾਉਣਾ ਸੀ, ਕਿਉਂਕਿ ਅੰਦਰ ਦੀ ਜੋਤ। ਬਾਬਾ ਰਵਿਦਾਸ ਜੀ ਦਾ ਇੱਕ ਸ਼ਬਦ ਆ ਜੀ ਬੜਾ ਪਿਆਰਾ। ਬਾਬਾ ਰਵਿਦਾਸ ਜੀ ਕਹਿੰਦੇ ਆਪਣੀ ਪਾਵਨ ਪਵਿੱਤਰ ਬਾਣੀ ਅੰਦਰ ਕਹਿੰਦੇ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਇੱਕ ਹੁੰਦੀ ਹੈ ਵਿਦਿਆ, ਇੱਕ ਹੁੰਦੀ ਹੈ ਅਵਿਦਿਆ। ਦੋਵਾਂ ਦੇ ਅੰਦਰ ਬਹੁਤ ਵੱਡਾ ਅੰਤਰ ਹੈ ਜੀ। ਵਿਦਿਆ ਪੜ੍ਹ ਕੇ ਤਾਂ ਕਾਮਯਾਬੀ ਬੰਦਾ ਹਾਸਲ ਕਰਦਾ, ਗਿਆਨ ਲੈ ਕੇ, ਸਮਝ ਲੈ ਕੇ ਬੰਦਾ ਬਹੁਤ ਕੁਝ ਪ੍ਰਾਪਤ ਕਰ ਲੈਂਦਾ, ਅਕਲਵਾਨ ਬਣ ਜਾਂਦਾ। ਇੱਕ ਹੁੰਦੀ ਹੈ ਅਵਿਦਿਆ। ਅਵਿਦਿਆ ਦਾ ਅਰਥ ਹੁੰਦਾ ਅਗਿਆਨਤਾ। ਜਦੋਂ ਅਵਿਦਿਆ ਇਸ ਮਨ ਦੇ ਵਿੱਚ ਘਰ ਕਰ ਜਾਂਦੀ ਹੈ ਨਾ, ਤੁਸੀਂ ਉਹਦੇ ਮੂਹਰੇ ਕਿੰਨਾ ਮਰਜ਼ੀ ਉਹਨੂੰ ਸਮਝਾਈ ਜਾਓ, ਦੱਸੀ ਜਾਓ, ਉਹਦੇ ਉੱਤੇ ਅਸਰ ਨਹੀਂ ਹੁੰਦਾ। ਅਵਿਦਿਆ ਐਸੀ ਚੀਜ਼ ਹੈ।
इस करके महाराज नूं कहना पिया, लिखना पिया, माधो विद्या हित कीन विवेक दीप मलीन। इस बंदे का जिहड़ा विवेक वाला दीवा सी ना गुल हो गया, बुझ गया। हुण इहदे सामने भावें तूं कुछ मर्जी किन्ना मर्जी पाठ करी जा, किन्ना मर्जी उच्ची उच्ची बोल के सुनाई जा, भी ये मनमत है, ये साडे गुरु की मत नहीं है, ये विपरनिकीਆਂ रीतां ने, ये कर्म कांड है, ये वहम भरम ने, इन्हां विचारां नाल समाज का भला नहीं हुंदा। पर वो बंदा समझना नहीं चाहुंदा, क्योंकि उहदे दिमाग अंदर अविद्या आ गई है, अज्ञानता आ गई है। अज्ञानता कारण इहदा विवेक वाला दीवा बुझ गया। इस करके आपां रोजाना गुरु कोलों मंगदे हां जी, सिखां नूं सिੱਖੀ दान, केस दान, विवेक दान। विवेक दान क्यों मंगदे हां? जे विवेक आवेगी, अकल आवेगी, साडा समाज तां ही अकलवान बनेगा। विवेक आउणी साडे कोल, विवेक दा अर्थ पता की हुंदा जी? परख वाली बुद्धि, निचोड़ कढ़न वाली बुद्धि, चंगा ते मंदा परखण वाली बुद्धि नूं विवेक कहा जांदा है। जिहनूं सूझ होवे चंगा की है ते माड़ा की है, जिंदगी अंदर कमाउणा की है ते छड्डना की है। गुरु किरपा करे। इस ही बाबा कबीर जी का शब्द लड़ीवार जिहड़ी आपां विचार कीती है जी, 29 नंबर शब्द आ लड़ीवार। गुरु किरपा करे कल दे दीवाना अंदर अगले शब्द की विचार करांगे जी। बाबा कबीर जी ने इत्थे वार वार एको गल कीती है, उस रब दे पसारे नूं, ब्रह्म दे पसारे नूं समझो। ब्रह्म दी जोत सारे किते जग रही है, अंतरात्मे जोत नूं जगाइए, अंदर प्रकाश करिए, चानण करिए, ताकि सानूं सूझ आ जावे, समझ आ जावे। आओ गुरमुखो, लड़ीवार जो इतिहासक विचार चल रही है जी, 6वें पातशाह धन धन गुरु हरगोबिंद साहब महाराज, गुरु अर्जन साहब दे बेटे ने जी, गुरु हरगोबिंद साहब महाराज। कल आपां ये गल कर रहे सी भी उन्हां दे चेचक दी बीमारी ने घेर लिया सी उन्हां नूं, तेज बुखार दे नाल चेचक दी बीमारी हो गई है। लोकां दा की मनना, लोकां दा की कहना, महाराज सब कुछ सुनते ने। पर महाराज ने एक इलाज करवाया सियाणे वैदां दे कोलों, सूझवान वैदां दे कोलों। 6वें पातशाह जी बिल्कुल ठीक हुंदे ने, 9/9 ठीक हो जाते हैं। अगे जिहड़ी आपां विचार अज करनी है जी, गुरु साहब की पढ़ाई दे बारे। गुरु साहब की पढ़ाई शास्त्र विद्या। गुरु अर्जन साहब महाराज जानते सी, समझते सी भी आउण वाला जिहड़ा समा बड़ा भयानक है। अकबर की नीति सिखां प्रति जां इंसानियत प्रति वधिया नीति सी अकबर की नीति। हुण अकबर का जिहड़ा पुत्र है बहुत याशी शराबी बंदा है। इतिहासकार इत्थे जो डेट आपां नूं दिंदे ने, अक्तूबर का महीना है, 1605 दे विच जहांगीर तख्त उत्ते बहिंदा अकबर का बेटा। 1605 दे विच जिस वक्त तख्त उत्ते बहिंदा ना, इस दे नाल जिहड़ा अकबर की निरपक्षता वाली नीति सी, वो नीति का भी भोग पै गया। राज दरबार विच कट्टड़ फिरका परस्त मुसलमानों का जोर हो गया। कट्टड़ता किसी धर्म दे विच भी होवे माड़ी हुंदी है जी, कट्टड़ता। हुण ये गल ध्यान नाल समझो, कट्टड़ता पता की हुंदी है? किसी नूं धक्के नाल जोर नाल कोई गल कबूल कराउणी, इहनूं कट्टड़ता कहा जांदा। भी जे आपां गुरु ग्रंथ साहब ते निच्चा साडा विश्वास, असीं किसी नूं होर नहीं मनदे, असीं किसी मड़ी कबर ते मत्था नहीं टेकदे, इहनूं कट्टड़ता नहीं कहा जांदा। ये सानूं अपने आप ते मान, सानूं गुरु ने विचार दित्ती है ना जिहड़ी, उत्ते असीं खड़े हाँ। कट्टड़ता दे विच फर्क हुंदा जी। कई बार आम जिहड़ा बिल्कुल हेठला पੱਧਰ आ ना, ਉਹ इन्हां गल्लां नूं कट्टड़ता मन के बह जांदा। वेखो जी, सिख किसी ते विश्वास नहीं करते, क्योंकि महाराज ने पहली सिख ही उहनूं मन्निया जिहड़ा केवल गुरु ग्रंथ साहब ते विश्वास करदा है। असल सिख ही वो है जी जिहदा भरोसा, जिहदा यकीन केवल गुरु ग्रंथ साहब ते है। ठीक है, साडे लई हिंदू भी सत्कारयोग है, मुसलमान भी सत्कारयोग है, ईसाई भी सत्कारयोग है। पर जे कोई आखे भी सजदा तुसीं किहनूं करदे हो, एक अकाल पुरख नूं सजदा करदे आ, गुरु ग्रंथ साहब नूं मनण वाले आ असीं। दुनिया दे तमाम तुसीं ग्रंथ रखदे हो, पर साडा रहबर वड्डा है, उच्चा साडा रहबर गुरु ग्रंथ महाराज। जिहड़ी आपां इत्थे विचार कर रहे सी भी जिहड़े फिरका परस्त लोग सी, उन्हां दा जोर वध गया, क्योंकि जहांगीर अपनी नीति दे मुताबक इन्हां ने बिठाया तख्त उत्ते।
अपने मनपसंद का बादशाह इन्हां लोकां ने चुनिया। इन्हां दा जिहड़ी उस वक्त लहर चलदी सी जी, नक्शबंदी लहर, नक्शबंदी लहर का आगू सी शेख अहमद सरहंदी। इस लहर की अगवाई कर रहा सी। एक पासे सिੱਖੀ की लहर प्रचलित है, गुरु अर्जन साहब महाराज माझा दुआबा इन्हां इलाकों में सिੱਖੀ का प्रचार कर रहे हैं। एक पासे नक्शबंदी लहर प्रचलित है, उहदे आगू ने शेख फरीद बुखारी जी, शेख अहमद सरहंदी जी। इहदा चेला सी जी शेख फरीद बुखारी, जिन्हों मुर्तजा खान भी कहा जाता है। राज दरबार विच प्रभावशाली ये व्यक्ति सी शेख फरीद बुखारी। नक्शबंदी सिलसिले वालियां ने जहांगीर तो पहला ये बचन लिया सी कि उस दे राज विच गैर मुसलमान नूं पूरी तरह कुचल दिता जाएगा। जहांगीर तो बचन ये लिया सी, तैनूं तख्त उत्ते असीं तां बिठावांगे, तैनूं बादशाह असीं तां बनावांगे जे तू सारे किते इस्लाम दा बोलबाला कराएगा। जे कोई इस्लाम नूं नहीं मनदा, नहीं उहते ध्यान धरदा, नहीं वो विचार कबूल करदा, उहनूं मार दिओ। ये नीति सी इन्हां दी। हुण मानो जी संसार अंदर होर बड़े लोग रहिंदे ने, किसी होर धर्म नूं मनण वाले, होर विचारधारा नूं मनण वाले। हुण जे आपां आखीए भी उन्हां नूं मार दिओ, केवल सिੱਖ रहने चाहिए ने, साडी बहुत गलत सोच है। क्योंकि जिंदगी जीण दा हर एक बंदे नूं अधिकार है, तो मारना थोड़ी हल है। दलील नाल विचार नाल आपां गल कर सकते हैं, मारना तो कोई हल नहीं ना। किसी दे तुसीं साह रोक दो। पर जिहड़ा ये शेख अहमद सरहंदी है, शेख फरीद बुखारी है, इन्हां दी कट्टड़ता है। जहांगीर नूं कहण लगे तां असीं तैनूं तख्त उत्ते बिठाया, पहलां तूं ये हुक्म इत्थे अपने दरबार विच लागू कर। इन्हां कट्टड़पंथियां ने सिੱਖੀ दी जिहड़ी तेजी नाल प्रगति कर रही सी, वो लहर सिੱਖੀ दी विचार इन्हां दे चुभदी रहिंदी सी। इस लहर नूं दबाउण वास्ते बड़े हीले वसीले बनाउंदे ने। इन्हां दी सलाहां ने जहांगीर दे मन विच सिੱਖਾਂ प्रति, सिੱਖ विश्वास, सिੱਖ धर्म प्रति नफरत भर दित्ती। गुरु अर्जन साहब महाराज सिੱਖੀ लहर के विकास में रुझे हुए ने। उत्थे वो देश विच वख-वख नगरां विच सिੱਖੀ लहर का प्रचार कर रहे हैं, गुरमत का प्रचार कर रहे हैं। गुरु अर्जन साहब महाराज नूं पता लग गया भी जहांगीर अगे किहड़ी तैयारी कर रहे हैं। महाराज जानी जान सी, पता सी उन्हां नूं। राजनीतिक जिहड़े हालात ने उन्हां बारे जानू होना बहुत जरूरी है जी। राजनीति है ना, जिहड़ी राजनीति तुसीं आखोगे छेवें पातशाह दा आपां जीवन पढ़ रहे हैं, मीरी ते पीरी का सिद्धांत की है, ये भी आपां अगे विचार करांगे। सिੱਖ नूं राजनीति बारे पता होना बहुत जरूरी है। साडी जिहड़ी तुसीं वोट की गल करोगे, सिੱਖ पहरावे की गल करोगे, असीं अज तक भुलेखे विच रहिंदे आए हां। जो साडे हक्कां लई लड़दा, हक्कां लई खड़दा, उहदे बारे सानूं पछाण ही नहीं हैगी हले तक। सिੱਖੀ पहरावे अंदर भेखी लोग बहुत तुरे फिरदे ने। पर इत्थे जिहड़े आपां विचार समझ रहे सी, कर रहे सी, गुरु अर्जन साहब महाराज जानते ने, समझते ने भी आउण वाला समा बहुत भयानक है। महाराज ने अपने फरजंद नूं तैयार करना शुरू कर दिता। अजे समय अंदर सतगुरु महाराज गुरता गद्दी ते विराजमान गुरु अर्जन साहब महाराज, पंजवीं पातशाही ने हरगोबिंद साहब महाराज नूं तैयार करना शुरू कर दिता। सिखलाई लई ये फैसला लिया गया, धन गुरु अर्जन साहब महाराज ने अपने साहबजादे की पढ़ाई लिखाई का ध्यान बाबा बुढ़ा जी दे सुपुर्द कर दिता है। बाबा बुढ़ा जी शास्त्र विद्या, पढ़ाई, अखरी ज्ञान बाबा बुढ़ा जी कराउंदे रहे ने। वेखो जी, बाबा बुढ़ा जी बहुत महान शख्सियत है, जो पहले गुरु तो लैके छेवें गुरु तक जीवित रहे ने। गुरु नानक साहब तो लैके छेवीं पातशाही तक बाबा बुढ़ा जी रहे ने। बाबा बुढ़ा जी की निगरानी हेठ छेवें पातशाह की विद्या का प्रबंध हो गया। शास्त्र विद्या छोटी उम्र दे विच बहुत सोहनी शास्त्र विद्या भी प्राप्त कर ली है, पढ़ाई प्राप्त कर ली है। अखरी ज्ञान महाराज जाणू हो गए ने। घोड़ सवारी विच बहुत रुचि रखते सी, शास्त्रां विच बहुत रुचि रखते सी।
ਉਹਨਾਂ ਦਾ ਅਭਿਆਸ ਰੋਜ਼ਾਨਾ ਮਹਾਰਾਜ ਕਰਾਉਂਦੇ ਸੀ, ਬਾਬਾ ਬੁੱਢਾ ਜੀ ਕਰਾਉਂਦੇ ਸੀ। ਪਤਾ ਸੀ ਕਿ ਬਾਬਾ ਬੁੱਢਾ ਜੀ ਨੇ ਗੱਲ ਆਖੀ ਸੀ ਨਾ ਵੀ ਗੁਰੂ ਹਰਗੋਬਿੰਦ ਮਹਾਰਾਜ, ਗੁਰੂ ਹਰਗੋਬਿੰਦ ਪਾਤਸ਼ਾਹ ਮੁਗਲਾਂ ਦੇ ਸਿਰ ਭੰਨਣਗੇ। ਭਾਈ ਗੁਰਦਾਸ ਜੀ ਵਰਗਿਆਂ ਨੇ, ਬਾਬਾ ਬੁੱਢਾ ਜੀ ਵਰਗਿਆਂ ਨੇ ਸਾਰੀ ਸ਼ਾਸਤਰ ਵਿਦਿਆ ਪੜ੍ਹਾਈ ਹੈ ਜਿਹੜੀ ਆਪ ਕਰਾ ਰਹੇ ਨੇ। ਇਸ ਸਿਖਲਾਈ ਦਾ ਜਦੋਂ ਅਸਰ ਹੋਇਆ ਨਾ, ਬਾਲਕ ਹਰਗੋਬਿੰਦ ਸਾਹਿਬ ਸੀ ਜਿਹੜੇ, ਉਹ ਹਰ ਪਾਸਿਓਂ ਸੰਪੂਰਨ ਹੋ ਗਏ, ਯੋਗਤਾ ਵਾਲੇ ਹੋ ਗਏ, ਸਡੋਲ ਹੋ ਗਏ, ਨਰੋਏ ਬਲਵਾਨ ਬਣ ਗਏ। ਇੱਕ ਬਹੁਤ ਵਧੀਆ ਸ਼ਾਸਤਰ ਵਿਦਿਆ ਲੈ ਕੇ, ਘੋੜ ਸਵਾਰੀ ਦੀ ਵਿਦਿਆ ਸਿੱਖ ਕੇ ਉਹ ਬਹੁਤ ਸੋਹਣੇ ਜੀਵਨ ਵਾਲੇ ਬਣ ਗਏ। ਕਿਉਂਕਿ ਅੱਗੇ ਪਤਾ ਸੀ ਵੀ ਅੱਗੇ ਕਿਹੜੀ ਜਹਾਂਗੀਰ ਦੀ ਚਾਲ ਹੈ, ਮਹਾਰਾਜ ਜਾਣਦੇ ਸੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੀ ਵਿਦਿਆ ਦਾ ਪ੍ਰਬੰਧ ਮਹਾਰਾਜ ਨੇ ਕੀਤਾ, ਪੜ੍ਹਾਈ ਦਾ ਪ੍ਰਬੰਧ ਹੋਇਆ, ਸ਼ਾਸਤਰ ਵਿਦਿਆ ਦਾ ਪ੍ਰਬੰਧ ਕੀਤਾ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ। ਅਗਲਾ ਜਿਹੜਾ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰਾਂਗੇ। ਇੰਨੀ ਬੇਨਤੀ ਕਰੋ, ਪ੍ਰਵਾਨ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ